मॉर्निंग स्टूडेंट्स। टॉपिक चल रहा है फंडामेंटल राइट्स। कल वाले लैक्चर के विच अज आपां फर्स्ट राइट पढ़िया सी राइट टू इक्वैलिटी। नाउ अज अपना टॉपिक की है राइट टू फ्रीडम, आज़ादी का अधिकार। अज आपां इहदे बारे डिटेल दे विच डिस्कस करांगे। राइट टू फ्रीडम, आज़ादी का अधिकार आर्टिकल 19 ਦੇ ਵਿੱਚ ਦਿੱਤਾ ਹੋਇਆ ਹੈ, ਕੌਨਸਟੀਟਿਊਸ਼ਨ ਦੇ ਵਿੱਚ डिटेल ਦੇ ਵਿੱਚ ਦਿੱਤਾ ਹੋਇਆ ਹੈ ਰਾਜੇ। ਇਕੁਐਲਿਟੀ ਤੇ ਫਰੀडम दो इस तरह ਦੀਆਂ ਚੀਜ਼ਾਂ ਹੈ, बोथ आर essential for the success of democracy। ਡੈਮੋਕ੍ਰੇਸੀ ਦੇ ਵਾਸਤੇ ਦੋਵੇਂ ਹੀ ਬਹੁਤ ਜ਼ਰੂਰੀ ਹੈ। ਇਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਵੀ ਐਬਸੈਂਸ ਦੇ ਨਾਲ ਡੈਮੋਕ੍ਰੇਸੀ ਵਧੀਆ ਤਰੀਕੇ ਦੇ ਨਾਲ ਨਹੀਂ ਚੱਲ ਸਕਦੀ। ਸਭ ਤੋਂ ਪਹਿਲਾਂ ਤੁਸੀਂ ਇਹ ਸਮਝਣਾ ਹੈ। ਮੰਨ ਲਓ ਇਕੁਐਲਿਟੀ ਹੈ, ਫਰੀडम नहीं है, समानता हैगी है बट आज़ादी नहीं है, ਤਾਂ ਉਹ ਸਮਾਨਤਾ ਦਾ ਵੀ ਕੋਈ ਆਪਾਂ ਨੂੰ ਫਾਇਦਾ ਨਹੀਂ ਹੋ ਸਕਦਾ। ਐਗਜ਼ਾਮਪਲ, ਕਿਸੇ ਸੁਸਾਇਟੀ ਦੇ ਵਿੱਚ ਸਾਰੇ ਲੋਕ ਸਮਾਨ, ਬਟ ਉਹਨਾਂ ਕੋਲ ਆਜ਼ਾਦੀ ਨਹੀਂ ਹੈ ਕਿ ਉਹ ਅੱਗੇ ਵੱਧ ਕੇ ਤਰੱਕੀ ਦੇ ਹੋਰ ਮੌਕੇ ਲੈ ਸਕਣ। ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਅਧਿਕਾਰ ਨਹੀਂ ਹੈਗਾ, ਆਜ਼ਾਦੀ ਨਹੀਂ ਹੈਗੀ ਉਹਨਾਂ ਨੂੰ ਕੋਈ ਅੱਗੇ ਵੱਧ ਕੇ ਕੰਮ ਕਰਨ ਦੀ। ਤਾਂ ਇਹ ਇਕੁਐਲਿਟੀ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹ ਉਸੇ ਥਾਂ 'ਤੇ ਹੀ ਰਹਿਣਗੇ, ਉਹ ਤਰੱਕੀ ਕਦੇ ਨਹੀਂ ਕਰ ਸਕਣਗੇ ਵਿਦਆਊਟ ਫਰੀडम। ਜੇ ਫਰੀडम ਹੈ, ਆਜ਼ਾਦੀ ਤਾਂ ਹੁਣ ਹੈਗੀ ਹੈ ਬਟ ਇਕੁਐਲਿਟੀ ਨਹੀਂ ਹੈਗੀ। ਸੁਸਾਇਟੀ ਦੇ ਵਿੱਚ ਸਮਾਜ ਵਰਗਾਂ ਦੇ ਵਿੱਚ ਵੰਡਿਆ ਹੋਇਆ ਹੈ, ਜਾਂ ਅੱਪਰ ਕਾਸਟ ਲੋਅਰ ਕਾਸਟ ਹੈ ਉੱਥੇ, ਤਾਂ ਜੋ ਅੱਪਰ ਕਾਸਟ ਪੀਪਲ ਆ ਉਹ ਅੱਗੇ ਤਰੱਕੀ ਕਰਨਗੇ। ਹੋ ਸਕਦਾ ਹੈ ਕਿ ਉਹ ਜੋ ਘੱਟ ਗਿਣਤੀ ਵਰਗ ਹੈ ਜਾਂ ਲੋਅਰ ਕਾਸਟਸ ਹੈ ਜਾਂ ਵੀਕ ਸੈਕਸ਼ਨ ਆ ਜਿਹੜੇ ਸੁਸਾਇਟੀ ਦੇ, ਉਹਨਾਂ ਦੇ ਉੱਪਰ ਆਪਦੀ ਸੁਪਰਮੇਸੀ ਕਾਇਮ ਕਰ ਲੈਣ। ਤਾਂ ਇਸ ਚੀਜ਼ ਦੇ ਵਿੱਚ ਇਹ ਖਤਰਾ ਬਣਿਆ ਰਹੂਗਾ। ਇਕੁਐਲਿਟੀ ਨਹੀਂ ਹੈਗੀ ਤਾਂ ਫਰੀडम ਦਾ ਵੀ ਕੋਈ ਮੁੱਲ ਨਹੀਂ। ਸੋ both are essential for the success of democracy। ਰਾਈਟ ਟੂ ਫਰੀडम ਦੇ ਵਿੱਚ ਦੋ ਚੀਜ਼ਾਂ ਆਪਾਂ ਪੜ੍ਹੀਆਂ, ਉਸ ਤੋਂ ਬਾਅਦ ਅੱਗੇ ਪੜ੍ਹਦੇ ਹਾਂ ਕਿ ਰਾਈਟ ਟੂ ਫਰੀडम ਹੁੰਦਾ ਕੀ ਹੈ। ਰਾਈਟ ਟੂ ਫਰੀडम ਆਜ਼ਾਦੀ ਦਾ ਅਧਿਕਾਰ, ਕਿ ਸਾਰੇ ਦੇਸ਼ ਦੇ ਵਿੱਚ ਜਿੰਨੇ ਵੀ ਸਿਟੀਜ਼ਨ ਨੇ ਸਾਰਿਆਂ ਨੂੰ ਆਜ਼ਾਦੀ ਹੈ। ਪੂਰਨ ਤੌਰ 'ਤੇ ਉਹ ਆਪਦੀ ਮਰਜ਼ੀ ਦੇ ਨਾਲ ਆਪਦੇ ਜਿਉਣ ਦੇ ਤਰੀਕੇ ਲੱਭ ਸਕਦੇ ਆ, ਆਪਦੇ ਕੰਮ ਵਗੈਰਾ ਕਰ ਸਕਦੇ ਆ, ਬਿਨਾਂ ਕਿਸੇ ਦੀ ਰੋਕ ਟੋਕ ਤੋਂ ਉਹ ਆਜ਼ਾਦੀ ਦੇ ਨਾਲ ਆਪਦੀ ਲਾਈਫ ਨੂੰ ਅੱਗੇ ਸਰਵਾਈਵ ਕਰ ਸਕਦੇ ਆ। ਇਹ ਹੁੰਦਾ ਹੈ ਰਾਈਟ ਟੂ ਫਰੀडम। ਇਹਦੇ ਵਿੱਚ ਆਪਾਂ ਨੂੰ ਕਿਹੜੀਆਂ ਕਿਹੜੀਆਂ ਫਰੀडम्स ਦਿੱਤੀਆਂ ਗਈਆਂ ਹੈ ਉਹਨਾਂ ਬਾਰੇ ਪੜ੍ਹਾਂਗੇ। ਫਸਟਲੀ ਆਉਂਦਾ ਹੈ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ, ਭਾਸ਼ਣ ਦੇਣ ਦਾ ਅਧਿਕਾਰ। ਸਭ ਨੂੰ ਹੀ ਜੋ ਇੰਡੀਆ ਦੇ ਵਿੱਚ ਕੌਨਸਟੀਟਿਊਸ਼ਨ ਨੇ ਅਧਿਕਾਰ ਦਿੱਤਾ ਕਿ ਕੋਈ ਵੀ ਬੰਦਾ ਸਪੀਚ ਦੇ ਸਕਦਾ ਹੈ, ਜਾਂ ਆਪਦਾ ਜੋ ਵੀ ਸਪੀਚ ਹੈ ਉਹ ਬੋਲ ਕੇ ਵੀ ਦੇ ਸਕਦਾ ਹੈ ਅਤੇ ਰਿਟਨ ਫਾਰਮ ਦੇ ਵਿੱਚ ਵੀ ਦੇ ਸਕਦਾ ਹੈ। ਐਂਡ ਐਕਸਪ੍ਰੈਸ਼ਨ, ਜੇ ਮੰਨ ਲਓ ਆਪਣੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਕੋਈ ਆਈਡੀਆ ਆਇਆ ਹੈ ਤਾਂ ਉਹ ਆਪਾਂ ਨੂੰ ਆਈਡੀਆ ਸੋਚਣ ਦੀ ਵੀ ਸੁਤੰਤਰਤਾ ਹੈਗੀ ਆ, ਨਾਲ ਨਾਲ ਉਹਨੂੰ ਐਕਸਪ੍ਰੈਸ ਕਰਨ ਦੀ ਵੀ ਸੁਤੰਤਰਤਾ ਹੈਗੀ ਆ, ਪੇਸ਼ ਕਰਨ ਦੀ, ਕਿਸੇ ਦੇ ਸਾਹਮਣੇ ਪੇਸ਼ ਵੀ ਕਰ ਸਕਦੇ ਆ। ਸੋ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ। ਜਨਤਾ ਦੇ ਆਈਡੀਆਜ਼ ਨੂੰ ਬਦਲਣ ਦੇ ਵਿੱਚ ਸਪੀਚ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਵਰਡਸ ਦੇ ਵਿੱਚ ਬਹੁਤ ਸਾਰੀ ਤਾਕਤ ਹੁੰਦੀ ਹੈ ਜਿਹਦੇ ਨਾਲ ਕਿਸੇ ਦਾ ਵੀ ਮਨ ਬਦਲਿਆ ਜਾ ਸਕਦਾ ਹੈ। ਸ਼ਬਦਾਂ ਦੇ ਵਿੱਚ ਇੰਨੀ ਕੁ ਤਾਕਤ ਹੁੰਦੀ ਹੈ, ਅਤੇ ਇਹ ਆਪਾਂ ਨੂੰ ਸੰਵਿਧਾਨ ਦੇ ਦੁਆਰਾ ਆਜ਼ਾਦੀ ਮਿਲੀ ਹੋਈ ਹੈ ਸਪੀਚ ਦੀ ਅਤੇ ਐਕਸਪ੍ਰੈਸ਼ਨ ਦੀ। ਸੋ ਤਾਂ ਕਿ ਡੈਮੋਕ੍ਰੇਸੀ ਚੰਗੀ ਤਰ੍ਹਾਂ ਦੇ ਨਾਲ ਫੰਕਸ਼ਨ ਆਪਦਾ ਕਰ ਸਕੇ, ਚੰਗੀ ਤਰ੍ਹਾਂ ਦੇ ਨਾਲ ਚੱਲ ਸਕੇ। ਨੈਕਸਟ ਹੈਗੀ ਆ ਰਾਈਟ ਟੂ ਅਸੈਂਬਲ ਪੀਸਫੁਲ ਵਿਦਆਊਟ ਆਰਮਸ। ਅਸੈਂਬਲ ਪੀਸਫੁਲ, ਸ਼ਾਂਤੀਪੂਰਨ ਤਰੀਕੇ ਦੇ ਨਾਲ ਇਕੱਠੇ ਹੋਣਾ, ਵਿਦਆਊਟ ਆਰਮਸ, ਸ਼ਾਸਤਰਾਂ ਤੋਂ ਬਿਨਾਂ। ਹੁਣ ਆਪਾਂ ਨੂੰ ਇਹ ਵੀ ਕੌਨਸਟੀਟਿਊਸ਼ਨ ਦੁਆਰਾ ਅਧਿਕਾਰ ਮਿਲਿਆ ਹੋਇਆ, ਆਜ਼ਾਦੀ ਮਿਲੀ ਹੋਈ ਹੈ ਕਿ ਕਿਸੇ ਨੇ ਵੀ ਕੋਈ ਸਮਝੌਤਾ ਕਰਨਾ, ਕੋਈ ਫੈਸਲਾ ਕਰਨਾ, ਇੰਪੋਰਟੈਂਟ ਡਿਸਕਸ਼ਨ ਕਰਨੀ ਆ ਤਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਇਕੱਠ ਕੀਤਾ ਜਾ ਸਕਦਾ ਹੈ, ਇਕੱਠੇ ਹੋ ਸਕਦੇ ਆ ਲੋਕ। ਵਿਦਆਊਟ ਆਰਮਸ, ਸ਼ਾਸਤਰ ਧਾਰਨ ਕਰਕੇ ਨਹੀਂ, ਮਤਲਬ ਵੈਪਨ ਲੈ ਕੇ ਨਹੀਂ ਉੱਥੇ ਜਾ ਸਕਦੇ, ਵੈਪਨ ਤੋਂ ਬਿਨਾਂ ਪੀਸਫੁਲ ਤਰੀਕੇ ਦੇ ਨਾਲ 100-200 ਲੋਕ ਉੱਥੇ ਇਕੱਠੇ ਹੋ ਸਕਦੇ ਆ। ਇਹਦਾ ਮਤਲਬ ਜਿਸ ਤਰ੍ਹਾਂ ਰੈਲੀਜ਼ ਕਰਦੇ ਹਾਂ ਜਾਂ ਕੋਈ ਮੀਟਿੰਗ ਕਰਦੇ ਹਾਂ ਤਾਂ ਉਸ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ। ਆਪਦੀ ਜੋ ਵੀ ਜਿਹੜਾ ਕਿਸੇ ਦੀ ਵੀ ਪ੍ਰੋਬਲਮ ਹੁੰਦੀ ਹੈ ਉਹਨੂੰ ਸੌਰਟ ਆਊਟ ਕਰਨ ਵਾਸਤੇ ਜਾਂਦੇ ਹਾਂ, ਜਾਂ ਕੋਈ ਇਲੈਕਸ਼ਨ ਵਿੱਚ ਆਪਾਂ ਜਾਂਦੇ ਹਾਂ, ਰੈਲੀਆਂ ਦੇ ਵਿੱਚ ਲੋਕ ਸ਼ਾਮਲ ਹੁੰਦੇ ਆ ਤਾਂ ਉਹ ਪੀਸਫੁਲੀ ਅਸੈਂਬਲ ਹੋ ਸਕਦੇ ਆ। ਇਹ ਕੌਨਸਟੀਟਿਊਸ਼ਨ ਵੱਲੋਂ ਆਪਾਂ ਨੂੰ ਫਰੀडम ਮਿਲੀ ਹੋਈ ਹੈ।
तीसरे नंबर ते आउंदा है राइट टू फॉर्म एसोसीएशनस और यूनियंस। किसी भी एसोसीएशन संस्था यूनियन कोई भी बना सकते हैं बिना किसी की रोक टोक दी। संस्था बनानी है, कोई क्लब बनते हैं हुण अपने बनते आ, कमेटियां बनदियां है तो वो मतलब यूनीयन ते एसोसीएशन दे विच आ जांदियां। तो ये आपां नूं संविधान वालों अधिकार दिता गया है कि बिना किसी की रोक टोक दे आपां नूं आज़ादी है एसोसीएशनस यूनीयनस ग्रुप बनाउण दी। मूव फ्रीली टू एनीवेयर, राइट टू मूव फ्रीली टू एनीवेयर। हाँ जी, इत्थे अपने कोल आउंदा कि इंडियन सिटीजन नूं ये भी फ्रीडम दित्ती हुई है कि वो अपनी मर्जी दे नाल किसी भी इंडिया के किसी भी पार्ट दे विच मूव हो सकते हैं विदाउट एनी रिस्ट्रिक्शनस एनी डिस्क्रिमिनेशनस। फ्री आ वो किते भी जाण दे वास्ते अपनी मर्जी दे नाल आ जा सकते हैं जिथे मर्जी। राइट टू रिजाइड एंड सैटल इन एनी पार्ट ऑफ इंडिया। नैक्सट फ्रीडम आउंदी है आपां नूं किते भी जाके रहना, उत्थे सैटलमेंट करनी आपकी। इंडिया के सिटीजन इंडिया के किसी पार्ट में जाके रह सकते हैं, उत्थे अपनी सैटलमेंट कर सकते हैं, मतलब परमानेंटली भी उत्थे रह सकते हैं, उन्होंने पूरी आज़ादी दिती हुई है। राइट टू कैरी ऑन एनी ऑक्यूपेशन बिजनस ट्रेड एंड एनी अदर ऑक्यूपेशन। सो ये भी आपां नूं आज़ादी मिली हुई है कि आपां किसी भी थां ते जाके आपदा कोई भी प्रोफैशन है जिहड़ा आपां वो चला सकते हैं, वो आपां अडॉप्ट कर सकते हैं। मान लो भी जे तुसीं चाहुंदे आ कि मैं डॉक्टर बनना है तो दूसरा परसन आके थोनू मजबूर ये नहीं कह सकता कि तुसी डॉक्टर नहीं तुसी टीचर बनो जां तुसी इंजीनियर बनो। सो थोड़ी विश है, थोड़े कोले फ्रीडम है कि तुसी आपदी विश दे अकॉर्डिंग कोई भी प्रोफैशन अडॉप्ट कर सकते हैं। जेकर तुसी डॉक्टर बनना टीचर बनना जिहड़ी लाइन चूज़ करनी है ये थोड़ी फ्रीडम है, थोड़े ते डिपेंड है, थोड़ा डिसीजन होगा भी तुसी जो करना है वो कर सकते हैं। कोई भी ऑक्यूपेशन कोई भी एक कित्ता धारण कर सकते हैं, ट्रेड कर सकते हैं, बिजनेस कर सकते हैं जां होर भी कोई भी। सो आपां गल कीती इन्हां फ्रीडम्स दे बारे, बट दीज फ्रीडम्स आर नॉट अनलिमिटेड। ये नहीं हैगा कि फ्रीडम्स थोनों अनलिमिटेड आपां नूं दित्तियां जांदियां हैं, नो, इन्हां ते भी कुछ लिमिटेशनस कुछ रिस्ट्रिक्शनस लाइयां जांदियां हैं। जिस तरह दे नाल आपां मंनदे हां कि अपनी फ्रीडम है, जे आपां नूं फ्रीडम है कोई काम करन दी राजे कोई आपदे आइडियाज़ पेश करन दी किते इकट्ठे होण दी तां सामणे वाले नूं भी है। आपदी फ्रीडम दे लई आपां सामणे वाले नूं हर्ट नहीं कर सकते, ओहदी फ्रीडम नूं दबा नहीं सकते। ये लॉ एंड ऑर्डर दे वल्लों कीता गया है कि जे तुसी एक बंदा फ्रीडम दे विच है दूसरे बंदे नूं वो दबा रहा है जां ओहदी फ्रीडम नूं जिहड़ा हैगा ये घटा रहा है वो ते किसी भी गल वास्ते स्ट्रैस पा रहा है तां ये चीज़ रिस्ट्रिक्ट हुई है लॉ दे वल्लों, ये पनिशेबल हो सकती है। जिवें कि आर्म्स लैके आपां किते भी इकट्ठ दे विच आपां शास्त्र वगैरह लैके नहीं जा सकते, जां यूनीयन एसोसीएशन है जिहड़ी मान लो अपने पॉजिटिव आइडियाज़ आपां पॉजिटिव आइडियाज़ नूं चंगे कम्मां नूं शेप देण दे वास्ते एसोसीएशन बना सकते हैं। बट आपां ये नहीं भी कोई इस तरह का ग्रुप बना लीए जिहड़ा कि देश की एकता नूं तोड़े जां देश दे विच किसी भी तरह का जिहड़ा हैगा कोई प्रॉब्लम क्रिएट करे, इस तरह का कोई ग्रुप कोई एसोसीएशन नहीं बना सकते। ये भी लॉ दे वल्लों रिस्ट्रिक्शन लगी हुई है। इस ते भी किसी भी पार्ट दे विच जाना है फ्रीली आपां मूव कर सकते हैं, बट आपां उत्थे जाके उन्हां दी जो पार्ट दे विच उत्थों दे लोकां नूं कोई नुकसान नहीं पहुंचा सकते, उत्थों दे लोकां दे नाल मिसबिहेव नहीं कर सकते, उत्थों दे लोकां नूं कोई उत्थे हिंसक कार्रवाइयां नहीं कर सकते उस पार्ट दे विच जाके। सो इस तरीके दे नाल सारियां जो ये फ्रीडम्स है ये एक हद तक लिमिट दे विच रखियां गईयां है, ये अनलिमिटेड नहीं हैगियां, इन्हां दे उपर रिस्ट्रिक्शनस लगाईयां गईयां है बाय लॉ एंड ऑर्डर्स। सो मैनूं उम्मीद है कि तुसीं राइट टू फ्रीडम नूं अच्छी तरह समझिया होऊगा। थैंक्स, हैव अ नाइस डे।